सब तो पहला सारिਆਂ ਨੂੰ प्यार भरी सत श्री अकाल। माई सैल्फ गुरबचन सिंह, मैथ मास्टर फ्रॉम गवर्नमेंट सीनियर सैकेंडरी स्कूल आजमवाला डिस्ट्रिक्ट फाजिलका। प्यारे बच्चों, जिवें कि ਅਸੀਂ पढ़ चुके हाँ कि त्रिभुज ਦੀਆਂ 3 ਭੁਜਾਵਾਂ ਹੁੰਦੀਆਂ ਹਨ ਅਤੇ ਹੁਣ त्रिभुज ਦੀਆਂ ਭੁਜਾਵਾਂ ਤੇ ਆਧਾਰਿਤ ਅਸੀਂ ਇੱਕ ਗੁਣ ਪੜਾਂਗੇ ਜੋ ਕਿ ਹੈ ਇੱਕ त्रिभुज ਦੀਆਂ 2 ਭੁਜਾਵਾਂ ਦਾ ਜੋੜ। अर्थात इस गुण के अनुसार किसी त्रिभुज ਦੀਆਂ 2 ਭੁਜਾਵਾਂ ਦੇ माप का जोड़ तीसरी ਭੁਜਾ ਦੇ माप ਤੋਂ ਵੱਡਾ ਹੁੰਦਾ है। अर्थात जे ਅਸੀਂ किसी त्रिभुज ਦੀਆਂ 2 ਭੁਜਾਵਾਂ ਨੂੰ जोड़ दईए ਤਾਂ ਉਹਨਾਂ ਦੇ ਮਾਪਾਂ ਦਾ जो जोड़ है वो तीजी ਭੁਜਾ ਤੋਂ ਜ਼ਿਆਦਾ ਹੋਵੇਗਾ। ਸਾਡੇ ਕੋਲ एक त्रिभुज है ए बी सी ਅਤੇ ਇਸ ਦੀਆਂ ਭੁਜਾਵਾਂ ਹਨ ए बी बी सी ਅਤੇ सी ए। ਹੁਣ ਅਸੀਂ ਇਹਨਾਂ ਦੀਆਂ ਕੋਈ ਵੀ 2 ਭੁਜਾਵਾਂ ਦਾ ਜੋੜ ਦੇਖਾਂਗੇ ਤਾਂ ਉਹ ਤੀਸਰੀ ਭੁਜਾ ਤੋਂ ਜ਼ਿਆਦਾ ਹੋਵੇਗਾ। ਤਾਂ ਆਓ ਦੇਖਦੇ ਹਾਂ AB plus BC। ਹੁਣ AB ਅਤੇ BC ਦਾ ਜੋੜ CA ਤੋਂ ਵੱਡਾ ਹੋਵੇਗਾ, ਯਾਨੀ ਤੀਜੀ ਭੁਜਾ ਤੋਂ ਵੱਡਾ ਹੋਵੇਗਾ। ਇਸੇ ਤਰ੍ਹਾਂ ਅਸੀਂ ਲਿਖ ਸਕਦੇ ਹਾਂ BC plus CA, BC plus CA ਅਤੇ ਇਹਨਾਂ 2 ਭੁਜਾਵਾਂ ਦਾ ਜੋੜ ਤੀਸਰੀ ਭੁਜਾ ਯਾਨੀ AB ਤੋਂ ਵੱਡਾ ਹੋਵੇਗਾ। ਇਸੇ ਤਰ੍ਹਾਂ ਅਸੀਂ ਲਿਖ ਸਕਦੇ ਹਾਂ CA plus AB, CA plus AB ਅਤੇ ਇਹਨਾਂ 2 ਭੁਜਾਵਾਂ ਯਾਨੀ CA ਅਤੇ AB ਦਾ ਜੋੜ BC ਤੋਂ ਜ਼ਿਆਦਾ ਹੋਵੇਗਾ। ਤਾਂ ਪਿਆਰੇ ਬੱਚਿਓ, ਅਸੀਂ ਦੇਖਿਆ ਕਿ 2 ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਵੱਡਾ ਹੁੰਦਾ ਹੈ। ਇਸ ਨੂੰ ਅਸੀਂ ਇੱਕ ਐਕਟੀਵਿਟੀ ਦੇ ਰਾਹੀਂ ਸਮਝਾਂਗੇ। ਸਾਡੇ ਕੋਲ ਇੱਕ ਮਾਡਲ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ 2 ਰੇਖਾਖੰਡ ਹਨ। ਇੱਕ AB ਰੇਖਾਖੰਡ ਹੈ ਅਤੇ ਇੱਕ AC ਰੇਖਾਖੰਡ ਹੈ। AB ਰੇਖਾਖੰਡ AC ਰੇਖਾਖੰਡ ਤੋਂ ਛੋਟਾ ਹੈ। ਹੁਣ ਅਸੀਂ AC ਰੇਖਾਖੰਡ ਨੂੰ ਇੱਕ त्रिभुज ਦੀਆਂ 2 ਭੁਜਾਵਾਂ ਦੇ ਵਿੱਚ ਬਦਲਾਂਗੇ ਅਤੇ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਇੱਕ त्रिभुज ADB ਬਣ ਜਾਂਦਾ ਹੈ। ਹੁਣ ਅਸੀਂ ਦੇਖਿਆ ਕਿ AD ਅਤੇ AB ਜੋ ਕਿ AC ਰੇਖਾਖੰਡ ਤੋਂ ਬਣੀਆਂ ਹਨ, ਇਹਨਾਂ ਭੁਜਾਵਾਂ ਦਾ ਜੋੜ AB ਤੋਂ ਜ਼ਿਆਦਾ ਹੈ। ਤਾਂ ਪਿਆਰੇ ਬੱਚਿਓ, ਇਸ ਤਰ੍ਹਾਂ ਤੁਸੀਂ ਸਮਝ ਗਏ ਹੋਵੋਗੇ ਕਿ त्रिभुज ਦੀਆਂ ਕੋਈ ਵੀ 2 ਭੁਜਾਵਾਂ ਦਾ ਜੋੜ ਤੀਜੀ ਭੁਜਾ ਤੋਂ ਹਮੇਸ਼ਾ ਵੱਡਾ ਹੁੰਦਾ ਹੈ। ਪਿਆਰੇ ਬੱਚਿਓ, ਇਸ ਗੁਣ ਤੇ ਆਧਾਰਿਤ ਅਸੀਂ ਅਭਿਆਸ 6 ਪੁਆਇੰਟ ਦੇ ਕੁਐਸਚਨਸ ਹੱਲ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ ਕੁਐਸਚਨ ਨੰਬਰ 1। ਹੇਠਾਂ ਦਿੱਤੀਆਂ ਹੋਈਆਂ ਭੁਜਾਵਾਂ ਦੇ ਮਾਪ ਤੋਂ ਕੀ ਕੋਈ त्रिभुज ਸੰਭਵ ਹੈ? ਅਸੀਂ ਦੱਸਣਾ ਹੈ ਕਿ ਸਾਨੂੰ ਜੋ 3 ਪਾਰਟਸ ਦੇ ਵਿੱਚ ਇਹ ਭੁਜਾਵਾਂ ਦੇ ਮਾਪ ਦਿੱਤੇ ਹਨ, ਇਹਨਾਂ ਤੋਂ ਕੋਈ त्रिभुज ਸੰਭਵ ਹੈ ਜਾਂ ਨਹੀਂ। ਪਿਆਰੇ ਬੱਚਿਓ, ਕੋਈ ਵੀ त्रिभुज ਉਦੋਂ ਸੰਭਵ ਹੁੰਦੀ ਹੈ ਜਦੋਂ ਉਸ त्रिभुज ਦੀਆਂ 2 ਭੁਜਾਵਾਂ ਦੇ ਮਾਪ ਦਾ ਜੋੜ ਤੀਸਰੀ ਭੁਜਾ ਦੇ ਮਾਪ ਤੋਂ ਵੱਡਾ ਹੁੰਦਾ ਹੈ। ਜੇ ਕਿਸੇ त्रिभुज ਦੀਆਂ 2 ਭੁਜਾਵਾਂ ਦੇ ਮਾਪ ਦਾ ਜੋੜ ਤੀਜੀ ਭੁਜਾ ਦੇ ਬਰਾਬਰ ਜਾਂ ਛੋਟਾ ਹੋਵੇ ਤਾਂ त्रिभुज ਸੰਭਵ ਨਹੀਂ ਹੁੰਦੀ। ਤਾਂ ਆਓ ਅਸੀਂ ਪਾਰਟ ਨੰਬਰ 1 ਦੇ ਵਿੱਚ ਦੇਖਦੇ ਹਾਂ। ਅਸੀਂ 2 ਸੈਂਟੀਮੀਟਰ ਅਤੇ 3 ਸੈਂਟੀਮੀਟਰ ਨੂੰ ਜੋੜਦੇ ਹਾਂ। 2 ਸੈਂਟੀਮੀਟਰ ਪਲੱਸ 3 ਸੈਂਟੀਮੀਟਰ। ਇਸ ਤਰ੍ਹਾਂ ਅਸੀਂ ਦੇਖਦੇ ਹਾਂ 2 ਸੈਂਟੀਮੀਟਰ ਦੇ ਵਿੱਚ 3 ਸੈਂਟੀਮੀਟਰ ਜੋੜਨ ਤੇ 5 ਸੈਂਟੀਮੀਟਰ, ਜੋ ਕਿ ਤੀਜੀ ਭੁਜਾ ਦੇ ਬਰਾਬਰ ਹੈ। ਇਸ ਲਈ ਇਹ त्रिभुज ਸੰਭਵ ਨਹੀਂ ਹੈ ਕਿਉਂਕਿ ਇਸ त्रिभुज ਦੀਆਂ 2 ਭੁਜਾਵਾਂ ਦਾ ਮਾਪ ਤੀਜੀ ਭੁਜਾ ਦੇ ਬਰਾਬਰ ਹੈ। ਪਾਰਟ ਨੰਬਰ 2। 3 ਸੈਂਟੀਮੀਟਰ ਪਲੱਸ 6 ਸੈਂਟੀਮੀਟਰ। ਅਸੀਂ ਦੇਖਦੇ ਹਾਂ ਕਿ ਪਹਿਲੀਆਂ 2 ਭੁਜਾਵਾਂ ਅਰਥਾਤ 3 ਸੈਂਟੀਮੀਟਰ ਅਤੇ 6 ਸੈਂਟੀਮੀਟਰ ਨੂੰ ਜੋੜਨ ਤੇ ਸਾਨੂੰ 9 ਸੈਂਟੀਮੀਟਰ ਪ੍ਰਾਪਤ ਹੁੰਦਾ ਹੈ। ਅਰਥਾਤ 2 ਭੁਜਾਵਾਂ ਦਾ ਜੋੜ ਤੀਜੀ ਭੁਜਾ ਤੋਂ ਜ਼ਿਆਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ त्रिभुज ਸੰਭਵ ਹੋ ਸਕਦੀ ਹੈ। ਹੁਣ ਅਸੀਂ 6 ਅਤੇ 7 ਸੈਂਟੀਮੀਟਰ ਦਾ ਜੋੜ ਕਰਕੇ ਦੇਖਦੇ ਹਾਂ। 6 ਸੈਂਟੀਮੀਟਰ ਪਲੱਸ 7 ਸੈਂਟੀਮੀਟਰ ਅਤੇ 6 ਸੈਂਟੀਮੀਟਰ ਦੇ ਵਿੱਚ 7 ਸੈਂਟੀਮੀਟਰ ਜੋੜਨ ਤੇ 13 ਸੈਂਟੀਮੀਟਰ। ਹੁਣ ਅਸੀਂ ਇਹ 2 ਭੁਜਾਵਾਂ ਨੂੰ ਜੋੜਿਆ ਅਤੇ ਸਾਨੂੰ 13 ਸੈਂਟੀਮੀਟਰ ਪ੍ਰਾਪਤ ਹੋਇਆ। ਇਹ ਜੋੜ ਤੀਜੀ ਭੁਜਾ ਤੋਂ ਜ਼ਿਆਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ त्रिभुज ਸੰਭਵ ਹੋ ਸਕਦੀ ਹੈ। ਹੁਣ ਅਸੀਂ 7 ਸੈਂਟੀਮੀਟਰ ਅਤੇ 3 ਸੈਂਟੀਮੀਟਰ ਦਾ ਜੋੜ ਕਰਕੇ ਦੇਖਦੇ ਹਾਂ। 7 ਸੈਂਟੀਮੀਟਰ 3 ਸੈਂਟੀਮੀਟਰ 7 ਸੈਂਟੀਮੀਟਰ ਵਿੱਚ 3 ਸੈਂਟੀਮੀਟਰ ਜੋੜਨ ਤੇ 10
ਸੈਂਟੀਮੀਟਰ। ਹੁਣ ਅਸੀਂ ਦੇਖਦੇ ਹਾਂ ਕਿ 7 ਸੈਂਟੀਮੀਟਰ ਅਤੇ 3 ਸੈਂਟੀਮੀਟਰ ਦਾ ਜੋੜ 10 ਸੈਂਟੀਮੀਟਰ ਆਇਆ ਹੈ, ਜੋ ਕਿ ਤੀਜੀ ਭੁਜਾ 6 ਸੈਂਟੀਮੀਟਰ ਤੋਂ ਜ਼ਿਆਦਾ ਹੈ। ਇਸ ਲਈ ਇਹ ਤ੍ਰਿਭੁਜ ਸੰਭਵ ਹੈ। ਪਾਰਟ ਨੰਬਰ 3, ਜਿਸ ਦੇ ਵਿੱਚ ਸਾਨੂੰ ਭੁਜਾਵਾਂ ਦਿੱਤੀਆਂ ਹਨ 6 ਸੈਂਟੀਮੀਟਰ, 3 ਸੈਂਟੀਮੀਟਰ ਅਤੇ 2 ਸੈਂਟੀਮੀਟਰ। ਅਸੀਂ ਪਹਿਲੀਆਂ ਦੋ ਭੁਜਾਵਾਂ ਦਾ ਜੋੜ ਕਰਕੇ ਦੇਖਦੇ ਹਾਂ ਅਤੇ 6 ਸੈਂਟੀਮੀਟਰ 3 ਸੈਂਟੀਮੀਟਰ ਨੂੰ ਜੋੜਨ ਤੇ 9 ਸੈਂਟੀਮੀਟਰ, ਜੋ ਕਿ ਤੀਜੀ ਭੁਜਾ 2 ਸੈਂਟੀਮੀਟਰ ਤੋਂ ਜ਼ਿਆਦਾ ਹੈ। ਹੁਣ ਅਸੀਂ 3 ਅਤੇ 2 ਸੈਂਟੀਮੀਟਰ ਦੀਆਂ ਭੁਜਾਵਾਂ ਦਾ ਜੋੜ ਕਰਕੇ ਦੇਖਦੇ ਹਾਂ। 3 ਸੈਂਟੀਮੀਟਰ ਪਲੱਸ 2 ਸੈਂਟੀਮੀਟਰ, ਇਹ ਸਾਡੇ ਕੋਲ 3 ਵਿੱਚ 2 ਜੋੜਨ ਤੇ 5 ਸੈਂਟੀਮੀਟਰ ਆ ਜਾਂਦਾ ਹੈ, ਜੋ ਕਿ 6 ਸੈਂਟੀਮੀਟਰ ਤੋਂ ਘੱਟ ਹੈ, ਅਰਥਾਤ ਤੀਜੀ ਭੁਜਾ ਤੋਂ ਘੱਟ ਹੈ। ਇਸ ਲਈ ਇਹ ਤ੍ਰਿਭੁਜ ਸੰਭਵ ਨਹੀਂ ਹੈ। ਕੁਐਸਚਨ ਨੰਬਰ 2, ਤ੍ਰਿਭੁਜ PQR ਦੇ ਅੰਦਰ ਕੋਈ ਬਿੰਦੂ ਲਵੋ ਕਿ ਇਹ ਸਹੀ ਹੈ ਕਿ OP plus OQ greater than PQ, OQ plus OR greater than QR, and part number 3, OR plus OP greater than RP। ਪਿਆਰੇ ਬੱਚਿਓ, ਸਾਨੂੰ ਇੱਕ ਤ੍ਰਿਭੁਜ ਦਿੱਤਾ ਗਿਆ ਹੈ PQR ਅਤੇ ਉਹ ਉਸ ਦਾ ਅੰਦਰੂਨੀ ਬਿੰਦੂ ਹੈ, ਯਾਨੀ ਤ੍ਰਿਭੁਜ ਦੇ ਅੰਦਰ ਸਥਿਤ ਹੈ। ਸਭ ਤੋਂ ਪਹਿਲਾਂ ਅਸੀਂ ਬਿੰਦੂ O ਨੂੰ ਬਿੰਦੂ R, ਬਿੰਦੂ P ਅਤੇ ਬਿੰਦੂ Q ਦੇ ਨਾਲ ਮਿਲਾ ਦਿੰਦੇ ਹਾਂ, ਤਾਂ ਇਸ ਤਰ੍ਹਾਂ ਸਾਡੇ ਕੋਲ 3 ਤ੍ਰਿਭੁਜ ਬਣ ਜਾਂਦੇ ਹਨ। ਹੁਣ ਅਸੀਂ OP plus OQ greater than PQ ਦੇਖਣਾ ਹੈ। ਇਸ ਦੇ ਲਈ ਅਸੀਂ ਦੇਖਾਂਗੇ ਕਿ OP ਅਤੇ OQ ਕਿਸ ਟ੍ਰਾਇੰਗਲ ਦੇ ਵਿੱਚ ਆਉਂਦੇ ਹਨ। ਅਸੀਂ ਦੇਖ ਰਹੇ ਹਾਂ ਕਿ OP ਅਤੇ OQ ਟ੍ਰਾਇੰਗਲ OPQ ਦੇ ਵਿੱਚ ਆ ਰਹੇ ਹਨ। ਇਸ ਲਈ ਅਸੀਂ ਲਿਖ ਲੈਂਦੇ ਹਾਂ ਇਨ ਟ੍ਰਾਇੰਗਲ OPQ, ਕਿਉਂਕਿ ਅਸੀਂ OP ਅਤੇ OQ ਦਾ ਜੋੜ ਕਰਨਾ ਹੈ ਅਤੇ OP OQ ਤ੍ਰਿਭੁਜ ਦੀਆਂ ਦੋ ਭੁਜਾਵਾਂ ਹਨ। ਅਸੀਂ ਜਾਣਦੇ ਹਾਂ ਕਿ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਦੇ ਮਾਪ ਦਾ ਜੋੜ ਤੀਸਰੀ ਭੁਜਾ ਦੇ ਮਾਪ ਤੋਂ ਵੱਡਾ ਹੁੰਦਾ ਹੈ। ਇਸ ਲਈ ਅਸੀਂ OP ਅਤੇ OQ ਦਾ ਜੋੜ ਕਰ ਦਿੰਦੇ ਹਾਂ, OP plus OQ, ਜੋ ਕਿ ਗ੍ਰੇਟਰ ਦੈਨ ਹੋਵੇਗਾ PQ। ਇਸ ਲਈ ਸਾਨੂੰ ਦਿੱਤਾ ਗਿਆ ਕਥਨ ਸਹੀ ਹੈ। ਹੁਣ ਪਾਰਟ ਨੰਬਰ 2, ਜਿਸ ਦੇ ਵਿੱਚ ਅਸੀਂ ਪਤਾ ਕਰਨਾ ਹੈ OQ plus OR greater than QR ਹੈ ਜਾਂ ਨਹੀਂ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਇਹ ਜੋ ਭੁਜਾਵਾਂ ਹਨ OQ ਅਤੇ OR ਕਿਸ ਟ੍ਰਾਇੰਗਲ ਦੇ ਵਿੱਚ ਆ ਰਹੀਆਂ ਹਨ। ਇਸ ਦੇ ਲਈ ਅਸੀਂ ਦੇਖਦੇ ਹਾਂ OQ OR, ਜੋ ਕਿ ਟ੍ਰਾਇੰਗਲ OQR ਵਿੱਚ ਆ ਰਹੀਆਂ ਹਨ। ਇਸ ਲਈ ਅਸੀਂ ਲਿਖਦੇ ਹਾਂ ਇਨ ਟ੍ਰਾਇੰਗਲ OQR, ਕਿਉਂਕਿ ਅਸੀਂ ਟ੍ਰਾਇੰਗਲ OQR ਦੀਆਂ ਦੋ ਭੁਜਾਵਾਂ ਦਾ ਜੋੜ ਪਤਾ ਕਰਨਾ ਹੈ ਅਤੇ ਅਸੀਂ ਜਾਣਦੇ ਹਾਂ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਦੇ ਮਾਪ ਦਾ ਜੋੜ ਤੀਸਰੀ ਭੁਜਾ ਦੇ ਮਾਪ ਤੋਂ ਵੱਡਾ ਹੁੰਦਾ ਹੈ। ਇਸ ਲਈ ਅਸੀਂ OQ plus OR ਦੋ ਭੁਜਾਵਾਂ ਦਾ ਜੋੜ ਲਿਖਦੇ ਹਾਂ, ਜੋ ਕਿ ਤੀਸਰੀ ਭੁਜਾ QR ਤੋਂ ਵੱਡਾ ਹੋਵੇਗਾ। ਇਸ ਲਈ ਸਾਨੂੰ ਦਿੱਤਾ ਹੋਇਆ ਕਥਨ ਸਹੀ ਹੈ। ਪਾਰਟ ਨੰਬਰ 3 ਦੇ ਲਈ ਅਸੀਂ ਦੇਖਦੇ ਹਾਂ ਕਿ OR ਅਤੇ OP ਕਿਸ ਟ੍ਰਾਇੰਗਲ ਦੇ ਵਿੱਚ ਆਉਂਦੇ ਹਨ। OR ਅਤੇ OP ਜੋ ਕਿ ਟ੍ਰਾਇੰਗਲ OPR ਦੇ ਵਿੱਚ ਆਉਂਦੇ ਹਨ। ਇਸ ਲਈ ਅਸੀਂ ਲਿਖ ਦਿੰਦੇ ਹਾਂ ਇਨ ਟ੍ਰਾਇੰਗਲ OPR, ਕਿਉਂਕਿ ਅਸੀਂ ਟ੍ਰਾਇੰਗਲ ਦੀਆਂ ਦੋ ਭੁਜਾਵਾਂ ਦਾ ਜੋੜ ਪਤਾ ਕਰਨਾ ਹੈ। ਇਸ ਲਈ ਅਸੀਂ ਇਸ ਟ੍ਰਾਇੰਗਲ ਦੇ ਵਿੱਚ OR ਅਤੇ OP ਦਾ ਜੋੜ ਕਰਦੇ ਹਾਂ, OR plus OP, ਕਿਉਂਕਿ ਦੋ ਭੁਜਾਵਾਂ ਦਾ ਜੋੜ ਤੀਜੀ ਭੁਜਾ ਤੋਂ ਵੱਡਾ ਹੁੰਦਾ ਹੈ। ਇਸ ਲਈ OR plus OP ਜੋ ਕਿ RP ਤੋਂ ਵੱਡਾ ਹੋਵੇਗਾ। ਇਸ ਲਈ ਅਸੀਂ ਲਿਖਦੇ ਹਾਂ RP। ਇਸ ਲਈ ਸਾਨੂੰ ਦਿੱਤਾ ਗਿਆ ਕਥਨ ਸਹੀ ਹੈ। ਕੁਐਸਚਨ ਨੰਬਰ 3, ਤ੍ਰਿਭੁਜ ABC ਦੀ ਇੱਕ ਮੱਧਿਕਾ AM ਹੈ। ਦੱਸੋ ਕਿ AB plus BC plus CA greater than 2AM। ਪਿਆਰੇ ਬੱਚਿਓ, ਸਾਨੂੰ ਇੱਕ ਤ੍ਰਿਭੁਜ ABC ਦਿੱਤਾ ਹੋਇਆ ਹੈ
ਅਤੇ AM ਉਸ ਦੀ ਮੱਧਿਕਾ ਹੈ। ਅਸੀਂ ਜਾਣਦੇ ਹਾਂ ਕਿ ਕੋਈ ਮੱਧਿਕਾ ਕਿਸੇ ਸਿਖਰ ਤੋਂ ਸਨਮੁਖ ਭੁਜਾ ਨੂੰ ਬਰਾਬਰ ਭਾਗਾਂ ਵਿੱਚ ਵੰਡਦੀ ਹੈ, ਇਸ ਲਈ BM ਅਤੇ MC ਦੋਨੋਂ ਬਰਾਬਰ ਹੋਣਗੇ। ਹੁਣ ਅਸੀਂ ਪਤਾ ਕਰਨਾ ਹੈ ਕਿ AB plus BC plus CA greater than 2AM। ਪਿਆਰੇ ਬੱਚਿਓ, ਦੇਖੋ ਕਿ AB, BC ਅਤੇ CA ਇਹ ਤ੍ਰਿਭੁਜ ਦੀਆਂ ਭੁਜਾਵਾਂ ਹਨ ਅਤੇ AM ਜੋ ਕਿ ਮੱਧਿਕਾ ਹੈ। ਇਸ ਲਈ ਅਸੀਂ ਦੇਖਦੇ ਹਾਂ in triangle ABM ਅਤੇ ਟ੍ਰਾਇੰਗਲ ABM ਦੇ ਵਿੱਚ AB ਅਤੇ BM ਟ੍ਰਾਇੰਗਲ ਦੀਆਂ ਦੋ ਭੁਜਾਵਾਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਦੋ ਭੁਜਾਵਾਂ ਦੇ ਮਾਪ ਦਾ ਜੋੜ ਤੀਸਰੀ ਭੁਜਾ ਦੇ ਮਾਪ ਤੋਂ ਵੱਡਾ ਹੁੰਦਾ ਹੈ। ਇਸ ਲਈ ਅਸੀਂ ਇਹਨਾਂ ਦਾ ਜੋੜ ਕਰ ਲੈਂਦੇ ਹਾਂ AB plus BM ਜੋ ਕਿ ਤੀਸਰੀ ਭੁਜਾ AM ਤੋਂ ਵੱਡਾ ਹੋਵੇਗਾ। ਇਹ ਸਾਡੇ ਕੋਲ ਸਮੀਕਰਨ ਨੰਬਰ 1 ਆ ਜਾਂਦੀ ਹੈ। ਹੁਣ ਅਸੀਂ ਟ੍ਰਾਇੰਗਲ AMC ਵਿੱਚ ਦੇਖਾਂਗੇ। ਇਨ ਟ੍ਰਾਇੰਗਲ AMC CA ਅਤੇ CM ਟ੍ਰਾਇੰਗਲ AMC ਦੀਆਂ ਦੋ ਭੁਜਾਵਾਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਇਹਨਾਂ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਜ਼ਿਆਦਾ ਹੋਵੇਗਾ। ਇਸ ਲਈ ਅਸੀਂ ਲਿਖਦੇ ਹਾਂ CA plus MC greater than ਤੀਸਰੀ ਭੁਜਾ यानी AM। ਇਹ ਸਾਡੇ ਕੋਲ ਸਮੀਕਰਨ ਨੰਬਰ 2 ਆ ਜਾਂਦੀ ਹੈ। ਹੁਣ ਅਸੀਂ ਇਹਨਾਂ ਦੋਨਾਂ ਸਮੀਕਰਨਾਂ ਦਾ ਜੋੜ ਕਰ ਦਿੰਦੇ ਹਾਂ। AB plus CA plus BM plus MC greater than AM plus AM 2AM। प्यारे बच्चों, ਅਸੀਂ ਲਿਖਦੇ ਹਾਂ AB plus CA ਅਤੇ ਅਸੀਂ ਜਾਣਦੇ ਹਾਂ ਕਿ BM ਅਤੇ MC ਦੋ ਬਰਾਬਰ ਭਾਗ ਹਨ। ਇਸ ਲਈ ਅਸੀਂ BM ਦੇ ਵਿੱਚ MC ਜਦੋਂ ਜੋੜਦੇ ਹਾਂ ਤਾਂ ਸਾਨੂੰ BC ਪ੍ਰਾਪਤ ਹੁੰਦਾ ਹੈ। ਇਸ ਲਈ ਅਸੀਂ ਲਿਖਦੇ ਹਾਂ BC greater than 2AM। ਪਿਆਰੇ ਬੱਚਿਓ, ਸਾਡੇ ਕੋਲ AB plus CA plus BC greater than 2AM ਆ ਜਾਂਦਾ ਹੈ ਜੋ ਕਿ ਅਸੀਂ ਪਤਾ ਕਰਨਾ ਸੀ। क्वेश्चन नंबर 4 ABCD एक चतुर्भुज है कि AB plus BC plus CD plus DA greater than AC plus BD। प्यारे बच्चों, सानू एक चतुर्भुज ABCD ਦਿੱਤਾ ਹੋਇਆ ਹੈ ਅਤੇ ਅਸੀਂ ਦੇਖਦੇ ਹਾਂ ਕਿ ਇਸ ਦੇ ਵਿਕਰਨ AC ਅਤੇ BD ਹਨ। ਜੇ ਹੁਣ ਅਸੀਂ ਧਿਆਨ ਨਾਲ ਗਿਵਨ ਕੰਡੀਸ਼ਨ ਨੂੰ ਦੇਖੀਏ ਤਾਂ ਇਸ ਵਿੱਚ ਸਾਨੂੰ AB BC CD DA ਜੋ ਇਹ ਚਤੁਰਭੁਜ ਦੀਆਂ ਭੁਜਾਵਾਂ ਹਨ ਇਹ ਸਾਨੂੰ ਲੈਫਟ ਹੈਂਡ ਸਾਈਡ ਤੇ ਦਿੱਤੀਆਂ ਹੋਈਆਂ ਹਨ ਅਤੇ ਰਾਈਟ ਹੈਂਡ ਸਾਈਡ ਤੇ ਸਾਡੇ ਕੋਲ AC ਅਤੇ BD ਜੋ ਕਿ ਚਤੁਰਭੁਜ ਦੇ ਵਿਕਰਨ ਹਨ। ਇਸ ਲਈ ਅਸੀਂ ਜੋ ਵੀ ਤ੍ਰਿਭੁਜ ਸਿਲੈਕਟ ਕਰਾਂਗੇ ਉਸ ਦੇ ਵਿੱਚ ਜੋ BD ਜਾਂ AC ਹੈ ਉਸ ਨੂੰ ਅਸੀਂ ਸੱਜੇ ਪਾਸੇ ਅਤੇ ਭੁਜਾਵਾਂ ਨੂੰ ਖੱਬੇ ਪਾਸੇ ਲਿਖਾਂਗੇ। ਤਾਂ ਆਓ ਅਸੀਂ ਤ੍ਰਿਭੁਜ ADB ਵਿੱਚ ਦੇਖਦੇ ਹਾਂ। in triangle ABD ਅਤੇ ਅਸੀਂ ਟ੍ਰਾਇੰਗਲ ABD ਵਿੱਚ ਦੇਖਦੇ ਹਾਂ ਕਿ AB ਅਤੇ AD ਇਸ ਟ੍ਰਾਇੰਗਲ ਦੀਆਂ ਭੁਜਾਵਾਂ ਹਨ ਅਤੇ ਅਸੀਂ ਇਹਨਾਂ ਦਾ ਜੋੜ ਕਰ ਲੈਂਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਤ੍ਰਿਭੁਜ ਦੀਆਂ ਦੋ ਭੁਜਾਵਾਂ ਦਾ ਜੋੜ ਉਸ ਦੀ ਤੀਜੀ ਭੁਜਾ ਤੋਂ ਜ਼ਿਆਦਾ ਹੁੰਦਾ ਹੈ। ਇਹ ਸਾਡੇ ਕੋਲ ਸਮੀਕਰਨ ਨੰਬਰ 1 ਬਣ ਜਾਂਦੀ ਹੈ। ਹੁਣ ਅਸੀਂ ਤ੍ਰਿਭੁਜ ABC ਵਿੱਚ ਦੇਖਦੇ ਹਾਂ। in triangle ABC ਅਤੇ ਇਸ ਟ੍ਰਾਇੰਗਲ ਦੇ ਵਿੱਚ AB ਅਤੇ BC ਇਸ ਤ੍ਰਿਭੁਜ ਦੀਆਂ ਭੁਜਾਵਾਂ ਹਨ। ਇਸ ਲਈ ਅਸੀਂ ਲਿਖ ਲੈਂਦੇ ਹਾਂ AB plus BC ਅਤੇ ਇਹਨਾਂ ਦੋ ਭੁਜਾਵਾਂ ਦਾ ਜੋੜ ਇਸ ਦੀ ਤੀਜੀ ਭੁਜਾ AC ਤੋਂ ਜ਼ਿਆਦਾ ਹੋਵੇਗਾ। ਇਸ ਤਰ੍ਹਾਂ ਇਹ ਸਾਡੇ ਕੋਲ ਸਮੀਕਰਨ ਨੰਬਰ 2 ਬਣ ਜਾਂਦੀ ਹੈ। ਹੁਣ ਅਸੀਂ ਟ੍ਰਾਇੰਗਲ ADC ਵਿੱਚ ਦੇਖਦੇ ਹਾਂ। in triangle ABC ਅਤੇ ਟ੍ਰਾਇੰਗਲ ADC ਦੇ ਵਿੱਚ AD ਅਤੇ DC ਇਸ ਟ੍ਰਾਇੰਗਲ ਦੀਆਂ ਭੁਜਾਵਾਂ ਹਨ ਅਤੇ ਅਸੀਂ ਇਹਨਾਂ ਦਾ ਜੋੜ ਲਿਖ ਲੈਂਦੇ ਹਾਂ AD plus CD
ਹੁਣ ਇਸ ਤ੍ਰਿਭੁਜ ਦੀਆਂ ਦੋ ਭੁਜਾਵਾਂ ਦਾ ਜੋੜ ਇਸ ਦੀ ਤੀਜੀ ਭੁਜਾ ਤੋਂ ਜ਼ਿਆਦਾ ਹੋਵੇਗਾ, ਇਸ ਲਈ ਅਸੀਂ ਲਿਖ ਲੈਂਦੇ ਹਾਂ AC ਅਤੇ ਇਹ ਸਾਡੀ ਸਮੀਕਰਨ ਨੰਬਰ 3 ਬਣ ਜਾਂਦੀ ਹੈ। ਹੁਣ ਅਸੀਂ ਤ੍ਰਿਭੁਜ BCD ਦੇ ਵਿੱਚ ਦੇਖਦੇ ਹਾਂ ਇਨ ਟ੍ਰਾਇੰਗਲ BCD। ਇਸ ਵਿੱਚ BC ਅਤੇ CD ਇਸ ਟ੍ਰਾਇੰਗਲ ਦੀਆਂ ਭੁਜਾਵਾਂ ਹਨ ਅਤੇ ਅਸੀਂ ਇਹਨਾਂ ਦਾ ਜੋੜ ਕਰ ਲੈਂਦੇ ਹਾਂ BC plus CD। ਅਸੀਂ ਜਾਣਦੇ ਹਾਂ ਕਿ ਦੋ ਭੁਜਾਵਾਂ ਦਾ ਜੋੜ ਉਸ ਦੀ ਤੀਜੀ ਭੁਜਾ ਤੋਂ ਜ਼ਿਆਦਾ ਹੁੰਦਾ ਹੈ, ਇਸ ਲਈ ਅਸੀਂ ਇੱਥੇ BD ਲਿਖ ਲੈਂਦੇ ਹਾਂ। ਇਹ ਸਾਡੀ ਇਕੁਏਸ਼ਨ ਨੰਬਰ 4 ਆ ਜਾਂਦੀ ਹੈ। ਹੁਣ ਅਸੀਂ ਇਹਨਾਂ ਚਾਰ ਇਕੁਏਸ਼ਨਸ ਨੂੰ ਐਡ ਕਰ ਦਿੰਦੇ ਹਾਂ। AB plus AB plus AD plus BC plus AD plus BC plus CD plus CD greater than BD plus AC plus AC plus BD। ਪਿਆਰੇ ਬੱਚਿਓ, ਅਸੀਂ ਜਾਣਦੇ ਹਾਂ ਕਿ AB ਨੂੰ AB ਦੇ ਵਿੱਚ ਜੋੜਨ ਤੇ 2 AB ਬਣ ਜਾਂਦਾ ਹੈ। ਇਸੇ ਤਰ੍ਹਾਂ BC ਨੂੰ BC ਵਿੱਚ ਜੋੜਨ ਤੇ 2 BC plus CD ਵਿੱਚ CD ਨੂੰ ਜੋੜਨ ਤੇ 2 CD plus AD ਨੂੰ AD ਵਿੱਚ ਜੋੜਨ ਤੇ 2 AD greater than BD ਵਿੱਚ BD ਨੂੰ ਜੋੜਾਂਗੇ ਤਾਂ 2 BD ਅਤੇ AC ਵਿੱਚ AC ਨੂੰ ਜੋੜਾਂਗੇ ਤਾਂ 2 AC plus 2 BD। ਹੁਣ ਅਸੀਂ ਚਾਰ ਟਰਮਸ ਦੇ ਵਿੱਚ ਦੇਖਦੇ ਹਾਂ ਕਿ 2 ਇਹਨਾਂ ਚਾਰ ਟਰਮ ਵਿੱਚ ਸਾਂਝਾ ਹੈ, ਇਸ ਲਈ ਅਸੀਂ ਇਹ 2 ਬਾਹਰ ਕੱਢ ਲੈਂਦੇ ਹਾਂ। AB plus BC plus CD plus AD greater than ਇਹਨਾਂ ਦੋਨਾਂ ਟਰਮ ਵਿੱਚੋਂ ਅਸੀਂ 2 ਕਾਮਨ ਕੱਢ ਲੈਂਦੇ ਹਾਂ AC plus BD। ਪਿਆਰੇ ਬੱਚਿਓ, ਦੋਨੋਂ ਟਰਮ ਦੇ ਨਾਲ ਗੁਣਾ ਵਿੱਚ ਹੈ, ਇਸ ਲਈ ਅਸੀਂ ਦੋਵੇਂ ਪਾਸੇ 2 ਨਾਲ ਭਾਗ ਕਰ ਦੇਵਾਂਗੇ ਤਾਂ ਸਾਡੇ ਕੋਲ ਬਣ ਜਾਂਦਾ ਹੈ AB plus BC plus CD ਅਤੇ AD ਨੂੰ ਅਸੀਂ DA ਵੀ ਲਿਖ ਸਕਦੇ ਹਾਂ greater than AC plus BD। ਇਹ ਜੋ ਸਾਨੂੰ ਰਿਕੁਆਇਰਡ ਕੰਡੀਸ਼ਨ ਸੀ ਉਹ ਪ੍ਰਾਪਤ ਹੋ ਗਈ। ਇਸ ਤਰ੍ਹਾਂ AB plus BC plus CD plus DA greater than AC plus BD ਹੋਵੇਗਾ। ਕੁਐਸਚਨ ਨੰਬਰ 5, ABCD ਇੱਕ ਚਤੁਰਭੁਜ ਹੈ ਕਿ AB plus BC plus CD plus DA less than 2 into AC plus BD। ਪਿਆਰੇ ਬੱਚਿਓ, ਸਾਨੂੰ ਇੱਕ ਚਤੁਰਭੁਜ ABCD ਦਿੱਤਾ ਹੋਇਆ ਹੈ ਅਤੇ ਇਸ ਦੇ ਵਿਕਰਨ AC ਅਤੇ BD ਹਨ। ਮੰਨ ਲੈਂਦੇ ਹਾਂ ਇਹ ਵਿਕਰਨ ਬਿੰਦੂ O ਤੇ ਕੱਟਦੇ ਹਨ। ਹੁਣ ਅਸੀਂ ਦੇਖ ਰਹੇ ਹਾਂ ਕਿ AB, BC, CD ਅਤੇ DA ਇਹ ਚਤੁਰਭੁਜ ਦੀਆਂ ਭੁਜਾਵਾਂ ਹਨ ਅਤੇ ਉਹ ਸਾਨੂੰ ਖੱਬੇ ਪਾਸੇ ਦਿੱਤੀਆਂ ਹੋਈਆਂ ਹਨ ਅਤੇ ਸੱਜੇ ਪਾਸੇ ਸਾਨੂੰ ਚਤੁਰਭੁਜ ਦੇ ਵਿਕਰਨ ਦਿੱਤੇ ਹੋਏ ਹਨ। ਇਸ ਲਈ ਅਸੀਂ ਜੋ ਵੀ ਤ੍ਰਿਭੁਜ ਸਿਲੈਕਟ ਕਰਾਂਗੇ ਉਸ ਦੀਆਂ ਭੁਜਾਵਾਂ ਨੂੰ ਅਸੀਂ ਇੱਕ ਸਾਈਡ ਤੇ ਅਤੇ ਵਿਕਰਨਾਂ ਨੂੰ ਇੱਕ ਸਾਈਡ ਤੇ ਲਿਖਾਂਗੇ। ਤਾਂ ਆਓ ਸਭ ਤੋਂ ਪਹਿਲਾਂ ਅਸੀਂ ਤ੍ਰਿਭੁਜ AOB ਵਿੱਚ ਦੇਖਦੇ ਹਾਂ ਇਨ ਟ੍ਰਾਇੰਗਲ AOB ਅਤੇ ਇਸ ਦੇ ਵਿੱਚ ਅਸੀਂ OA ਅਤੇ OB ਅਸੀਂ ਇਹ ਦੋ ਭੁਜਾਵਾਂ ਦਾ ਜੋੜ ਕਰਦੇ ਹਾਂ OA plus OB ਜੋ ਕਿ ਤੀਜੀ ਭੁਜਾ ਤੋਂ ਜ਼ਿਆਦਾ ਹੁੰਦਾ ਹੈ ਅਤੇ ਤੀਜੀ ਭੁਜਾ ਹੈ AB। ਇਹ ਸਾਡੇ ਕੋਲ ਸਮੀਕਰਨ ਨੰਬਰ 1 ਬਣ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਦੂਸਰੀ ਤ੍ਰਿਭੁਜ BOC ਵਿੱਚ ਦੇਖਦੇ ਹਾਂ ਇਨ ਟ੍ਰਾਇੰਗਲ BOC। ਇਸ ਵਿੱਚ ਇਹਨਾਂ ਅਸੀਂ ਦੋ ਭੁਜਾਵਾਂ ਦਾ ਜੋੜ ਕਰਾਂਗੇ OB plus OC, OB plus OC ਜੋ ਕਿ ਤੀਜੀ ਭੁਜਾ BC ਤੋਂ ਜ਼ਿਆਦਾ ਹੋਵੇਗਾ। ਇਸ ਤਰ੍ਹਾਂ ਇਹ ਸਾਡੇ ਕੋਲ ਸਮੀਕਰਨ ਨੰਬਰ 2 ਬਣ ਜਾਂਦੀ ਹੈ। ਪਿਆਰੇ ਬੱਚਿਓ, ਹੁਣ ਅਸੀਂ ਤ੍ਰਿਭੁਜ ਤੀਜੀ ਵਿੱਚ OC ਅਤੇ OD ਭੁਜਾਵਾਂ ਦਾ ਜੋੜ ਕਰਾਂਗੇ ਇਨ
ट्रायंगल COD OC प्लस OD जो कि तीजी भुजा CD तो ज्यादा होएगा। इस तरह साडे कोल समीकरण नंबर 3 बन जाती है। हुण असीं त्रिभुज AOD विच देखते हाँ इन ट्रायंगल AOD इस विच असीं OA अते OD भुजावां दा जोड़ करते हाँ OA प्लस OD जो कि तीजी भुजा AD तो ज्यादा हुंदा है। इस तरह साडे कोल 4 समीकरण बन जांदियां हन। असीं इन्हां समीकरणां नूं जोड़ दिंदे हां। इस तरह साडे कोल OA प्लस OB OC प्लस OA प्लस OB प्लस OC प्लस OD प्लस OD ग्रेटर देन AB प्लस BC प्लस CD प्लस AD आ जाता है। हुण असीं देखते हाँ कि OA अते OA दो बार हन, इसलिए असीं लिख लेंदे हाँ 2 OA OB अते OB दो बार हन, इसलिए असीं लिख लेंदे हाँ 2 OB OC अते OC दो बार हन, इसलिए असीं 2 OC लिख लेंदे हाँ। इसी तरह OD अते OD दो बार हन, इसलिए असीं लिख लेंदे हाँ 2 OD ग्रेटर देन AB प्लस BC प्लस CD प्लस AD। प्यारे बच्चों ये साडी एक कंडीशन आ चुकी है। दूसरी कंडीशन नूं असीं इस टर्म्स तो बनावांगे। हुण असीं इन्हां विचों दो साझा कढ लैंदे हां OA प्लस OB प्लस OC प्लस OD AB प्लस BC प्लस CD प्लस असीं AD नूं DA भी लिख सकते हैं। प्यारे बच्चों सानू ब्रैकेट दे विच AC चाहिदा है अते AC बनाउण दे लई असीं AO अते OC नूं जोड़ दिंदे हां, इसलिए असीं OA अते OC नूं इकट्ठा लिख लवांगे OA प्लस OC। इसी तरह सानू BD जो गिवन कंडीशन विच चाहिदा है अते BD दे लई असीं BO अते OD नूं जोड़ दिंदे हां। इस तरह OB प्लस OD नूं असीं इकट्ठा लिख लेंदे हां ग्रेटर देन AB प्लस BC प्लस CD प्लस DA। हुण दो OA प्लस OC OA प्लस OC AC दे बराबर है। इसी तरह OB प्लस OD OB प्लस OD BD दे बराबर है ग्रेटर देन AB प्लस BC प्लस CD प्लस DA। हुण इस कंडीशन नूं उल्टा के लिखण ते AB प्लस BC प्लस CD प्लस DA लेस देन 2 इंटू AC प्लस BD। इस तरह सानू लोड़ींदी कंडीशन प्राप्त हुई। प्यारे बच्चों साडा अगला टॉपिक है समकोण त्रिभुज अते पाइथागोरस गुण। समकोण त्रिभुज दे बारे असीं पहला भी पढ़ चुके हाँ, अर्थात वो त्रिभुज जिसका एक कोण 90 डिग्री का होवे उसनूं समकोण त्रिभुज कहा जाता है। साडे कोल एक त्रिभुज ABC है अते इस दे विच कोण A समकोण है, इसलिए ये साडी समकोण त्रिभुज है। इस त्रिभुज दे विच AB आधार है अते AB भुजा दे उत्ते AC एक लंब है, अर्थात 90 डिग्री का कोण बनाउंदा है, इसलिए इसनूं लंब कहा जाता है। अते 90 डिग्री दे सामने वाली भुजा है उसनूं कर्ण कहा जाता है। हुण असीं पाइथागोरस गुण दे बारे गल करदे हां। पाइथागोरस गुण दे अनुसार कर्ण दा स्क्वायर बराबर आधार स्क्वायर प्लस लंब स्क्वायर हुंदा है। अर्थात किसी भी त्रिभुज दे विच जे किसी त्रिभुज दे कर्ण दा स्क्वायर उस दे आधार दे स्क्वायर अते लंब दे स्क्वायर दे जोड़ दे बराबर हो जावे
ਤਾਂ ਉਸ ਤ੍ਰਿਭੁਜ ਨੂੰ ਸਮਕੋਣ ਤ੍ਰਿਭੁਜ ਕਿਹਾ ਜਾਂਦਾ ਹੈ। ਪਿਆਰੇ ਬੱਚਿਓ, ਪਾਇਥਾਗੋਰਸ ਥਿਊਰਮ ਤੇ ਆਧਾਰਿਤ ਕੁਝ ਕੁਐਸਚਨ ਆਓ ਹੱਲ ਕਰਦੇ ਹਾਂ। ਅਭਿਆਸ 6.5 ਕੁਐਸਚਨ ਨੰਬਰ 1, PQR ਇੱਕ ਤ੍ਰਿਭੁਜ ਹੈ ਜਿਸ ਦਾ ਇੱਕ ਕੋਣ P ਸਮਕੋਣ ਹੈ। ਜੇਕਰ PQ 10 ਸੈਂਟੀਮੀਟਰ ਅਤੇ PR 24 ਸੈਂਟੀਮੀਟਰ ਹੋਵੇ ਤਾਂ QR ਪਤਾ ਕਰੋ। ਸਾਡੇ ਕੋਲ ਇੱਕ ਤ੍ਰਿਭੁਜ ਹੈ PQR ਜਿਸ ਦਾ P ਕੋਣ ਸਮਕੋਣ ਹੈ। ਇਸ ਤਰ੍ਹਾਂ ਸਾਨੂੰ PR 24 ਸੈਂਟੀਮੀਟਰ ਦਿੱਤਾ ਹੋਇਆ ਹੈ, PQ ਸਾਨੂੰ 10 ਸੈਂਟੀਮੀਟਰ ਦਿੱਤਾ ਹੋਇਆ ਹੈ। ਪਾਇਥਾਗੋਰਸ ਥਿਊਰਮ ਦੇ ਅਨੁਸਾਰ ਕਰਨ ਜੋ ਕਿ QR ਹੈ, स्क्वायर आधार जो कि PR है, PR स्क्वायर प्लस लंब जो कि PQ है, PQ स्क्वायर। QR स्क्वायर बराबर PR जो कि सानू 24 सेंटीमीटर देता है इसलिए लिख लेंगे हाँ 24 10 स्क्वायर प्लस PQ सानू 10 सेंटीमीटर देता है इसलिए असं लिख लेंगे हाँ 10 स्क्वायर। QR स्क्वायर बराबर 24 ਨੂੰ 24 ਨਾਲ ਗੁਣਾ ਕਰ ਦਿੰਦੇ ਹਾਂ ਜੋ ਕਿ ਸਾਨੂੰ 576 ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ 24 ਦਾ ਸਕੁਅਰ 576 ਪਲਸ 10 ਦਾ ਸਕੁਅਰ 100 QR ਸਕੁਅਰ ਬਰਾबर 576 ਵਿੱਚ 100 ਜੋੜਨ ਤੇ 676। ਇਸ ਤਰ੍ਹਾਂ QR ਦਾ ਸਕੁਅਰ 676 जो कि 26 ਦਾ ਸਕੁਅਰ ਬਣਦਾ ਹੈ। ਇਸ ਤਰ੍ਹਾਂ QR ਬਰਾबर 26 ਸੈਂਟੀਮੀਟਰ, ਸਾਡਾ QR 26 ਸੈਂਟੀਮੀਟਰ ਹੋਵੇਗਾ। ਕੁਐਸਚਨ ਨੰਬਰ 2, ABC ਇੱਕ ਤ੍ਰਿਭੁਜ ਹੈ ਜਿਸ ਦਾ C ਕੋਣ ਸਮਕੋਣ ਹੈ। ਜੇਕਰ AB ਬਰਾबर 25 ਸੈਂਟੀਮੀਟਰ ਅਤੇ AC ਬਰਾबर 7 ਸੈਂਟੀਮੀਟਰ ਹੈ ਤਾਂ BC ਪਤਾ ਕਰੋ। ਸਾਨੂੰ ਇੱਕ ਸਮਕੋਣ ਤ੍ਰਿਭੁਜ ਦਿੱਤਾ ਹੈ ਜਿਸ ਦੇ ਵਿੱਚ ਇੱਕ ਕੋਣ C ਸਮਕੋਣ ਹੈ ਅਤੇ AB 25 ਸੈਂਟੀਮੀਟਰ ਦਿੱਤਾ ਹੋਇਆ ਹੈ, AC 7 ਸੈਂਟੀਮੀਟਰ ਹੈ ਅਤੇ BC ਅਸੀਂ ਪਤਾ ਕਰਨਾ ਹੈ। ਹੁਣ ਪਾਇਥਾਗੋਰਸ ਗੁਣ ਦੇ ਰਾਹੀਂ ਕਰਨ ਸਕੁਅਰ ਬਰਾबर ਆਧਾਰ ਸਕੁਅਰ ਪਲਸ ਲੰਬ ਸਕੁਅਰ। ਕਰਨ ਸਕੁਅਰ ਜੋ ਕਿ ਸਾਨੂੰ 25 ਸੈਂਟੀਮੀਟਰ ਦਿੱਤਾ ਹੈ ਲਿਖ ਦਿੰਦੇ ਹਾਂ 25 ਸਕੁਅਰ ਬਰਾबर ਆਧਾਰ ਜੋ ਕਿ ਅਸੀਂ ਪਤਾ ਕਰਨਾ ਹੈ ਅਤੇ ਲੰਬ ਜੋ ਕਿ ਸਾਨੂੰ 7 ਸੈਂਟੀਮੀਟਰ ਦਿੱਤਾ ਹੋਇਆ ਹੈ। 25 ਦਾ ਸਕੁਅਰ ਅਰਥਾਤ 25 ਨੂੰ 25 ਨਾਲ ਗੁਣਾ ਕਰਨ ਤੇ 625 ਬਰਾबर BC ਦਾ ਸਕੁਅਰ ਪਲਸ 7 ਦਾ ਸਕੁਅਰ ਅਰਥਾਤ 7 ਨੂੰ 7 ਨਾਲ ਗੁਣਾ ਕਰਨ ਤੇ ਸਾਨੂੰ 49 ਪ੍ਰਾਪਤ ਹੁੰਦਾ ਹੈ। ਹੁਣ ਅਸੀਂ BC ਦਾ ਮੁੱਲ ਪਤਾ ਕਰਨਾ ਹੈ, ਇਸ ਲਈ ਅਸੀਂ 49 ਨੂੰ ਖੱਬੇ ਪਾਸੇ ਸ਼ਿਫਟ ਕਰ ਦਿੰਦੇ ਹਾਂ 625 ਮਾਈਨਸ 49 ਬਰਾबर BC ਸਕੁਅਰ। 625 ਵਿੱਚੋਂ 49 ਘਟਾਉਣ ਤੇ 576, ਇਸ ਤਰ੍ਹਾਂ ਬਰਾबर BC ਦਾ ਸਕੁਅਰ। ਪਿਆਰੇ ਬੱਚਿਓ, 576 ਜੋ ਕਿ 24 ਦਾ ਸਕੁਅਰ ਹੈ ਬਰਾबर BC ਸਕੁਅਰ। ਇਸ ਤਰ੍ਹਾਂ ਸਾਨੂੰ BC ਦਾ ਮੁੱਲ 24 ਸੈਂਟੀਮੀਟਰ ਪ੍ਰਾਪਤ ਹੁੰਦਾ ਹੈ ਅਰਥਾਤ ਆਧਾਰ 24 ਸੈਂਟੀਮੀਟਰ ਹੋਵੇਗਾ। ਪਿਆਰੇ ਬੱਚਿਓ, ਜੋ ਟੌਪਿਕਸ ਅਸੀਂ ਅੱਜ ਕੀਤੇ ਉਹਨਾਂ ਤੇ ਆਧਾਰਿਤ ਕੁਝ ਕੁਐਸਚਨ ਸਨ। ਕੁਐਸਚਨ ਨੰਬਰ 1, ਪਾਇਥਾਗੋਰਸ ਗੁਣ ਦੀ ਵਰਤੋਂ ਕਰਦੇ ਹੋਏ x ਦਾ ਮੁੱਲ ਪਤਾ ਕਰੋ। ਸਾਨੂੰ ਦੋ ਤ੍ਰਿਭੁਜ ਦਿੱਤੇ ਗਏ ਹਨ ਅਤੇ ਅਸੀਂ ਇਹਨਾਂ ਵਿੱਚ x ਦਾ ਮੁੱਲ ਪਤਾ ਕਰਨਾ ਹੈ। ਕੁਐਸਚਨ ਨੰਬਰ 2, ਹੇਠ ਦਿੱਤੀਆਂ ਭੁਜਾਵਾਂ ਦੇ ਮਾਪ ਤੋਂ ਕੀ ਕੋਈ ਤ੍ਰਿਭੁਜ ਸੰਭਵ ਹੈ। ਸਾਨੂੰ ਦੋ ਤ੍ਰਿਭੁਜ ਦੇ ਭੁਜਾਵਾਂ ਦੇ ਮਾਪ ਦਿੱਤੇ ਹਨ, ਅਸੀਂ ਪਤਾ ਕਰਨਾ ਹੈ ਕਿ ਇਹਨਾਂ ਭੁਜਾਵਾਂ ਦੇ ਮਾਪਾਂ ਤੋਂ ਕੀ ਕੋਈ ਤ੍ਰਿਭੁਜ ਸੰਭਵ ਹੈ ਜਾਂ ਨਹੀਂ। ਪਿਆਰੇ ਬੱਚਿਓ, ਤੁਸੀਂ ਇਹ ਕੁਐਸਚਨਸ ਆਪਣੀਆਂ ਕਾਪੀਆਂ ਤੇ ਕਰਨੇ ਹਨ ਅਤੇ ਆਪਣੇ ਅਧਿਆਪਕ ਸਹਿਬਾਨ ਤੋਂ ਚੈੱਕ ਕਰਵਾ ਲੈਣੇ ਹਨ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।